IVF या टेस्ट ट्यूब बेबी ਇਹ ਐਸੀ ਪ੍ਰਕਿਰਿਆ ਹੈ ਜਿਹਦੇ 'ਚ ਸ਼ੁਕਰਾਣੂ ਸਪਰਮਸ ਔਰ ਐਗਸ ਸਰੀਰ ਤੋਂ ਬਾਹਰ ਕੱਢੇ ਜਾਂਦੇ ਹਨ ਪਰ ਉਹ ਹਸਬੈਂਡ ਔਰ ਵਾਈਫ ਦੇ ਹੀ ਹੁੰਦੇ ਹੈ। ਹਮੇਸ਼ਾ ਟਾਰਗੇਟ ਹੁੰਦਾ ਹੈ ਕਿ ਵੂਮਨ ਹੀ ਇਨਫਰਟੀਲਿਟੀ ਦੇ ਫੇਸ ਕਰ ਰਹੀ ਹੈ। ਕੀ ਇਹ ਸੱਚ ਹੈ? 1/3 ਕੇਸਿਸ 'ਚ 30% ਕੇਸਿਸ 'ਚ ਮੇਲ ਇਨਫਰਟੀਲਿਟੀ ਰਹਿੰਦੀ ਹੈ ਕਿ ਮੇਲ ਪੁਰਸ਼ ਕਾਰਨ ਹੈ ਕਿ ਬੱਚਾ ਨਹੀਂ ਹੋ ਪਾ ਰਿਹਾ ਕਪਲ 'ਚ। ਕੀ ਇਹ ਵਾਲੀ ਟੈਕਨੀਕ ਸਿਰਫ ਇਨਫਰਟਾਈਲ ਕਪਲਸ ਵਾਸਤੇ ਹੀ ਹੈ? ਇਹ ਇਨਫਰਟਾਈਲ ਕਪਲਸ ਜਿਹੜੇ ਬਾਂਝਪਨ ਦੇ ਸ਼ਿਕਾਰ ਹੈਗੇ ਜਿਨ੍ਹਾਂ ਨੂੰ ਬੱਚੇ ਦੀ ਆਵਸ਼ਕਤਾ ਹੈ ਉਹਨਾਂ ਲਈ ਵੀ ਹੈਗੀ ਹੈ ਔਰ ਇਹ IVF ਜਿਹੜਾ ਹੈਗਾ ਹੈ ਇਹ ਫਰਟੀਲਿਟੀ ਪ੍ਰੀਜ਼ਰਵੇਸ਼ਨ ਲਈ ਵੀ ਇਸਤੇਮਾਲ ਕੀਤਾ ਜਾਂਦਾ ਹੈ। ਕਿ ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ IVF ਦੇ ਨਾਲ ਟਵਿਨ ਪ੍ਰੈਗਨੈਂਸੀ ਹੁੰਦੀ ਹੈ। ਕੀ ਇਹ ਸੱਚ ਹੈ? ਬਟ ਯੂਜ਼ਲੀ 1 ਤੋਂ 2 ਭਰੂਣ ਆਪਾਂ ਪੇਸ਼ੈਂਟ ਦੇ ਯੂਟਰਸ 'ਚ ਪਾਉਂਦੇ ਆ। ਜੇ 2 ਭਰੂਣ ਪਾਵਾਂਗੇ ਉਹ 'ਚ 50% ਚਾਂਸ ਰਹਿੰਦਾ ਹੈ ਕਿ ਟਵਿਨ ਪ੍ਰੈਗਨੈਂਸੀ ਲੱਗੇਗੀ। ਇਸ ਲਈ ਟਵਿਨ ਪ੍ਰੈਗਨੈਂਸੀ ਦੀ ਚਾਂਸਿਸ ਥੋੜੇ ਜ਼ਿਆਦਾ ਹੁੰਦੇ ਆ। ਅਸੀਂ ਇਸ ਟਾਈਮ ਤੇ ਆ ਨੋਵਾ IVF ਦੇ ਵਿੱਚ ਤੇ ਅਸੀਂ ਲਾਸਟ ਟਾਈਮ ਗੱਲ ਕੀਤੀ ਸੀ ਕਿ ਫਰਟੀਲਿਟੀ ਪ੍ਰੀਜ਼ਰਵੇਸ਼ਨ ਦੇ ਉੱਪਰ, ਲੇਕਿਨ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ IVF ਦੇ ਉੱਪਰ ਕਿ ਮਿਥਸ ਔਰ ਫੈਕਟਸ ਕਿਹੜੇ ਨੇ IVF ਦੇ। ਤੇ ਮੇਰੇ ਨਾਲ ਇਸ ਟਾਈਮ ਤੇ ਨੇ ਡਾਕਟਰ ਨਵਜੋਤ ਕੌਰ ਜਿਹੜੇ ਕਿ IVF ਸਪੈਸ਼ਲਿਸਟ ਨੇ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਤੁਸੀਂ ਇੱਕ ਬੜੀ ਅੱਛੀ ਟੈਕਨੀਕ ਲੈ ਕੇ ਆਏ ਹੋ IVF ਦੀ, ਤੇ ਬੜੇ ਸਾਰੇ ਲੋਕਾਂ ਨੂੰ ਹੁੰਦਾ ਕਿ ਉਹ ਅਗਰ ਨਿਊ ਟੈਕਨੀਕ ਆਈ ਹੈ ਤੇ ਪਤਾ ਨਹੀਂ ਉਹਦਾ ਸਾਨੂੰ ਕੋਈ ਪਰੇਸ਼ਾਨੀ ਨਾ ਹੋ ਜਾਏ, ਕੋਈ ਦਿੱਕਤ ਨਾ ਹੋਵੇ, ਲੇਕਿਨ ਅਸੀਂ ਚਾਹੁੰਦੇ ਵੀ ਹਾਂ ਕਿ ਉਸ ਚੀਜ਼ ਨੂੰ ਅਸੀਂ ਅਪਲਾਈ ਕਰੀਏ। ਅੱਛਾ ਡਾਕਟਰ ਸਾਹਿਬ, ਆਪਾਂ IVF ਦੀ ਗੱਲ ਕਰਨ ਜਾ ਰਹੇ ਹਾਂ ਤੇ IVF ਇਸ ਟਾਈਮ ਦੇ ਉੱਪਰ ਸਾਡੀ ਕਿੰਨੀ ਕੁ ਨੀਡ ਹੈ? IVF ਜਿਹੜੇ ਇਨਫਰਟਾਈਲ ਕਪਲਸ ਹੈ ਉਹਦੇ 'ਚ ਅਪਰੋਕਸੀਮੇਟਲੀ 10% ਕਪਲਸ ਨੂੰ IVF ਜਾਂ ਟੈਸਟ ਟਿਊਬ ਬੇਬੀ ਦੀ ਲੋੜ ਪੈਂਦੀ ਹੈ। ਉਹ ਕਪਲਸ ਹੁੰਦੇ ਹੈ ਜਿਨ੍ਹਾਂ 'ਚ ਸ਼ੁਕਰਾਣੂਆਂ ਦੀ ਮਾਤਰਾ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਜਾਂ ਸ਼ੁਕਰਾਣੂ ਨਿਲ ਹੈਗੇ ਹੈ, ਐਗਸ ਦਾ ਨੰਬਰ ਘੱਟ ਹੈਗਾ ਹੈ, ਟਿਊਬਾ ਬਲੌਕ ਹੈ ਜਾਂ ਫਿਰ ਕਿਸੇ ਕਾਰਨ ਉਹਨਾਂ ਦੇ ਅੰਦਰ ਫਰਟੀਲਾਈਜੇਸ਼ਨ ਨਹੀਂ ਹੋ ਪਾ ਰਹੀ। ਸੋ ਐਸੇ ਕਪਲਸ ਨੂੰ IVF ਦੇ ਰਾਹੀਂ ਹੀ ਪ੍ਰੈਗਨੈਂਸੀ ਪ੍ਰਾਪਤ ਹੁੰਦੀ ਹੈ। ਅੱਛਾ ਡਾਕਟਰ ਸਾਹਿਬ, ਹਰ ਉਹਨਾਂ ਨੂੰ ਇਹ ਗੱਲ ਹੁੰਦੀ ਹੈ ਕਿ ਹੁਣ ਅਗਰ IVF ਦੀ ਗੱਲ ਕਰ ਰਹੇ ਹਾਂ ਤੇ ਮੀਨਸ ਕਿ ਇੱਕ ਅਨਨੈਚੁਰਲ ਪ੍ਰੋਸੀਜਰ ਹੈ। ਸੋ ਉਹ ਚੀਜ਼ ਨੂੰ ਜਦੋਂ ਆਪਾਂ ਦੇਖਦੇ ਹਾਂ ਤਾਂ ਉਹ ਸੋਚਦੇ ਕਿ ਇਹ ਜਿਹੜਾ ਬੇਬੀ ਹੋਏਗਾ ਉਹਦੇ ਥਰੂ ਉਹ ਸਾਡਾ ਨਹੀਂ ਹੈ, ਜਾਂ ਕਹਿ ਸਕਦੇ ਹੋ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨੂੰ ਡਾਊਟ ਰਹਿੰਦਾ ਉਸ ਚੀਜ਼ ਦੇ। ਉਹਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ? IVF ਜਾਂ ਟੈਸਟ ਟਿਊਬ ਬੇਬੀ ਇਹ ਐਸੀ ਪ੍ਰਕਿਰਿਆ ਹੈ ਜਿਹਦੇ 'ਚ ਸ਼ੁਕਰਾਣੂ ਸਪਰਮਸ ਔਰ ਐਗਸ ਸਰੀਰ ਤੋਂ ਬਾਹਰ ਕੱਢੇ ਜਾਂਦੇ ਹਨ ਪਰ ਉਹ ਹਸਬੈਂਡ ਔਰ ਵਾਈਫ ਦੇ ਹੀ ਹੁੰਦੇ ਹੈ ਔਰ ਉਹਨਾਂ ਨੂੰ ਟੈਸਟ ਟਿਊਬ ਬੇਬੀ ਯਾਨੀ ਕਿ ਲੈਬ ਦੇ ਵਿਚਕਾਰ ਭਰੂਣ ਬਣਾਇਆ ਜਾਂਦਾ ਹੈ, ਐਂਬਰੀਓ ਬਣਾਇਆ ਜਾਂਦਾ ਹੈ। ਉਸ ਐਂਬਰੀਓ ਨੂੰ ਫੀਮੇਲ ਦੇ ਵਾਈਫ ਦੇ ਯੂਟਰਸ 'ਚ ਇੰਪਲਾਂਟ ਕੀਤਾ ਜਾਂਦਾ ਹੈ ਔਰ ਇਹ ਜਿਹੜਾ ਬੇਬੀ ਹੈਗਾ ਇਹ ਜੈਨੇਟਿਕਲੀ ਮਦਰ ਔਰ ਫਾਦਰ ਉਹਨਾਂ ਦਾ ਹੀ ਹੁੰਦਾ ਹੈ, ਹਸਬੈਂਡ ਔਰ ਵਾਈਫ ਦਾ ਹੀ ਹੁੰਦਾ ਹੈ। ਔਰ ਐਸੇ ਬੇਬੀਜ਼ ਨੈਚੁਰਲ ਪ੍ਰੈਗਨੈਂਸੀ ਤੋਂ ਜੋ ਬੱਚੇ ਉਤਪੰਨ ਹੁੰਦੇ ਹੈ ਉਹਨਾਂ ਦੇ ਬਿਲਕੁਲ ਸਿਮਿਲਰ ਹੁੰਦੇ ਹੈ ਉਸ ਤੋਂ। ਇਹ ਕੋਈ ਐਬਨੋਰਮਲ ਬੇਬੀਜ਼ ਨਹੀਂ ਹੁੰਦੇ। ਅੱਛਾ ਡਾਕਟਰ ਸਾਹਿਬ, ਜਿਵੇਂ ਕਿ ਜ਼ਿਆਦਾਤਰ ਉਹ ਹੀ ਕਪਲ ਆਉਣਗੇ ਜਿਹੜੇ ਕਿ ਇਨਫਰਟੀਲਿਟੀ ਦੇ ਸ਼ਿਕਾਰ ਨੇ। ਸੋ ਹਮੇਸ਼ਾ ਟਾਰਗੇਟ ਹੁੰਦਾ ਹੈ ਕਿ ਵੂਮਨ ਹੀ ਇਨਫਰਟੀਲਿਟੀ ਦੇ ਫੇਸ ਕਰ ਰਹੀ ਹੈ। ਕੀ ਇਹ ਸੱਚ ਹੈ? ऐसा नहीं है कि सिर्फ फीमेल्स ही बांझपन ਦੀ ਸ਼ਿਕਾਰ ਹੁੰਦੀ ਹੈ। 1/3 ਕੇਸਿਸ 'ਚ 30% ਕੇਸਿਸ 'ਚ ਮੇਲ ਇਨਫਰਟੀਲਿਟੀ ਰਹਿੰਦੀ ਹੈ ਕਿ ਮੇਲ ਪੁਰਸ਼ ਕਾਰਨ ਹੈ ਕਿ ਬੱਚਾ ਨਹੀਂ ਹੋ ਪਾ ਰਿਹਾ ਕਪਲ 'ਚ ਔਰ 30% ਕੇਸਿਸ 'ਚ ਫੀਮੇਲ ਇਨਫਰਟੀਲਿਟੀ ਦੇਖੀ ਜਾਂਦੀ ਹੈ। 30% ਕੇਸਿਸ ਐਸੇ ਹੁੰਦੇ ਜਿਨ੍ਹਾਂ 'ਚ ਮੇਲ ਔਰ ਫੀਮੇਲ ਇਨਫਰਟੀਲਿਟੀ ਦੋਨੋਂ ਹੀ ਹੁੰਦੀ ਹੈ ਐਂਡ ਰੈਸਟ 10% ਆਫ ਦ ਕੇਸਿਸ ਅਨਐਕਸਪਲੇਨਡ ਰਹਿੰਦੇ ਜਿਨ੍ਹਾਂ 'ਚ ਕੋਈ ਕਾਰਨ ਨਹੀਂ ਪਤਾ ਚੱਲਦਾ। ਅੱਛਾ ਡਾਕਟਰ ਸਾਹਿਬ, ਹੁਣ ਆਪਾਂ IVF ਦੀ ਟੈਕਨੀਕ ਦੀ ਗੱਲ ਕਰ ਰਹੇ ਹਾਂ ਤੇ ਕੀ ਇਹ ਵਾਲੀ ਟੈਕਨੀਕ ਸਿਰਫ ਇਨਫਰਟਾਈਲ ਕਪਲਸ ਵਾਸਤੇ ਹੀ ਹੈ? IVF ਦੀ ਟੈਕਨੀਕ ਹੈਗੀ ਹੈ ਇਹ ਇਨਫਰਟਾਈਲ ਕਪਲਸ ਜਿਹੜੇ ਬਾਂਝਪਨ ਦੇ ਸ਼ਿਕਾਰ ਹੈਗੇ ਜਿਨ੍ਹਾਂ ਨੂੰ ਬੱਚੇ ਦੀ ਆਵਸ਼ਕਤਾ ਹੈ ਉਹਨਾਂ ਲਈ ਵੀ ਹੈਗੀ ਹੈ ਔਰ ਇਹ IVF ਜਿਹੜਾ ਹੈਗਾ ਹੈ ਇਹ ਫਰਟੀਲਿਟੀ ਪ੍ਰੀਜ਼ਰਵੇਸ਼ਨ ਲਈ ਵੀ ਇਸਤੇਮਾਲ ਕੀਤਾ ਜਾਂਦਾ ਹੈ। ਜਿਹੜੇ ਮੇਲਸ ਹੈਗੇ ਆ ਉਹਨਾਂ ਨੂੰ ਕੈਂਸਰ ਵਾਸਤੇ ਕੀਮੋਥੈਰੇਪੀ ਜਾਂ ਰੇਡੀਓਥੈਰੇਪੀ ਲੈਣੀ ਹੈਗੀ ਹੈ ਉਹ ਪੇਸ਼ੈਂਟਸ ਆਪਣੀ ਸੀਮਨ ਪ੍ਰੀਜ਼ਰਵੇਸ਼ਨ ਕਰਾ ਸਕਦੇ ਹੈ, ਕ੍ਰਾਇਓ ਪ੍ਰੀਜ਼ਰਵੇਸ਼ਨ। ਔਰ ਫੀਮੇਲਸ ਜਿਨ੍ਹਾਂ ਦੀ ਏਜ ਜ਼ਿਆਦਾ ਹੈ ਜਾਂ ਐਂਡੋਮੈਟ੍ਰੀਓਸਿਸ ਹੈ ਜਾਂ ਐਗ ਰਿਜ਼ਰਵ ਘੱਟ ਰਹਿ ਗਿਆ ਉਹਨਾਂ ਦਾ, ਐਸੀ ਫੀਮੇਲਸ ਵੀ ਆਪਣੇ ਐਗ ਨੂੰ ਫਰੀਜ਼ ਕਰਾ ਸਕਦੀਆਂ ਹੈ। ਓਕੇ ਡਾਕਟਰ ਸਾਹਿਬ, ਬੜੇ ਸਾਰੇ ਸਵਾਲ ਕਪਲਸ ਦੇ ਮਨ ਵਿੱਚ ਹੋਣਗੇ ਕਿਉਂਕਿ ਜਦੋਂ ਵੀ ਆਪਾਂ ਕੋਈ ਨਵੀਂ ਟੈਕਨੀਕ ਬਾਰੇ ਸੋਚਦੇ ਹਾਂ ਤਾਂ ਉਹਨਾਂ ਦੇ ਮਨ ਵਿੱਚ ਇਹ ਵੀ ਗੱਲ ਆਉਂਦੀ ਹੈ ਕਿ ਕਿਤੇ ਸਾਡੀ ਬੋਡੀ ਨੂੰ ਕੋਈ ਫਰਕ ਤਾਂ ਨਹੀਂ ਪਏਗਾ ਜਾਂ ਇਹਦੇ ਨਾਲ ਸਾਡਾ ਕੋਈ ਹੋਰ ਨੁਕਸਾਨ ਤਾਂ ਨਹੀਂ ਹੋ ਜਾਏਗਾ। ਤੁਸੀਂ ਇਹਦੇ ਉੱਪਰ ਕੀ ਕਹਿਣਾ ਚਾਹੋਗੇ?
IVF ਟੈਕਨੀਕ ਜਿਹੜੀ ਹੈਗੀ ਹੈ ਇਹਦੇ 'ਚ ਸਟਿਮੂਲੇਸ਼ਨ ਪਾਰਟ ਲਈ ਫੀਮੇਲ ਨੂੰ ਜਾਂ ਵਾਈਫ ਨੂੰ ਇੰਜੈਕਸ਼ਨਸ ਦਿੱਤੇ ਜਾਂਦੇ ਹੈ। ਇਹ ਇੰਜੈਕਸ਼ਨਸ ਗੋਨੈਡੋਟ੍ਰੋਫਿਨ ਦੇ ਇੰਜੈਕਸ਼ਨਸ ਹੁੰਦੇ ਹੈ। ਇਹ ਉਹੀ ਇੰਜੈਕਸ਼ਨਸ ਹੈ ਜਿਹੜੇ ਫੀਮੇਲ ਦਾ ਪਿਚੂਟਰੀ ਹਾਰਮੋਨ ਬ੍ਰੇਨ 'ਚ ਜਿਹੜਾ ਪਿਚੂਟਰੀ ਗਲੈਂਡ ਹੈ ਉਹ ਰਿਲੀਜ਼ ਕਰਦਾ ਹੈ ਹਾਰਮੋਨਸ ਨੂੰ। ਉਹੀ ਹਾਰਮੋਨਸ ਨੂੰ ਇੰਜੈਕਸ਼ਨ ਫਾਰਮ 'ਚ ਫੀਮੇਲ ਦੀ ਬੋਡੀ 'ਚ ਦਿੱਤਾ ਜਾਂਦਾ ਹੈ। ਸੋ ਇਟਸ ਮੋਰ ਔਰ ਲੈਸ ਲਾਈਕ ਅ ਨੈਚੁਰਲ ਪ੍ਰੋਸੈਸ, ਨੈਚੁਰਲ ਦੇ ਤਰ੍ਹਾਂ ਹੈਗਾ ਹੈ। ਤੇ ਇਹਦੇ 'ਚ ਇੱਕ ਤੋਂ ਜ਼ਿਆਦਾ ਅੰਡਿਆਂ ਨੂੰ ਆਪਾਂ ਵਿਕਸਿਤ ਕਰਦੇ ਹਾਂ। ਉਹ ਅੰਡਿਆਂ ਨੂੰ ਸਰੀਰ ਤੋਂ ਬਾਹਰ ਕੱਢਿਆ ਜਾਂਦਾ ਹੈ, ਉਹਨਾਂ ਨੂੰ ਸਪਰਮ ਦੇ ਨਾਲ ਮਿਲਾ ਕੇ ਐਮਬ੍ਰੀਓ ਭਰੂਣ ਬਣਾਇਆ ਜਾਂਦਾ ਹੈ। ਉਹ ਭਰੂਣ ਫਿਰ ਟ੍ਰਾਂਸਫਰ ਕੀਤਾ ਜਾਂਦਾ ਹੈ ਯੂਟਰਸ 'ਚ। ਤੁਸੀਂ ਇੰਜੈਕਸ਼ਨਸ ਦੀ ਗੱਲ ਕੀਤੀ ਹੈ ਕਿ ਇਹ ਵਾਲਾ ਜਿਹੜਾ ਪ੍ਰੋਸੈਸ ਹੈ ਇਹ ਪੇਨਫੁਲ ਵੀ ਹੈ? ਇੰਜੈਕਸ਼ਨਸ ਅੱਜ ਕੱਲ੍ਹ ਜਿਹੜੇ ਨਿਊਅਰ ਟੈਕਨੀਕ ਦੇ ਇੰਜੈਕਸ਼ਨਸ ਆਏ ਹੈ ਗੋਨੈਡੋਟ੍ਰੋਫਿਨਸ, ਦੇ ਆਰ ਮੋਸਟਲੀ ਰਿਕੋਂਬੀਨੈਂਟ ਇੰਜੈਕਸ਼ਨਸ। ਰਿਕੋਂਬੀਨੈਂਟ ਇੰਜੈਕਸ਼ਨਸ 'ਚ ਕੀ ਹੁੰਦਾ ਹੈ ਕਿ ਨੀਡਲ ਬਹੁਤ ਛੋਟੀ ਹੁੰਦੀ ਹੈ, ਯੂਜ਼ਲੀ ਸਬਕਿਊਟੇਨੀਅਸ ਰੂਟ ਨਾਲ ਉਹ ਇੰਜੈਕਸ਼ਨਸ ਦਿੱਤੇ ਜਾਂਦੇ ਹੈ। ਤੇ ਸਬਕਿਊਟੇਨੀਅਸ ਰੂਟ ਨਾਲ ਦੇਣ ਦੇ ਉਹਦੇ ਜਿਹੜੇ ਪੇਨ ਹੈਗਾ ਉਹ ਬਹੁਤ ਘੱਟ ਹੁੰਦਾ ਹੈ ਇਹਦੇ 'ਚ। ਅੱਛਾ ਡਾਕਟਰ ਸਾਹਿਬ, ਇਹਦਾ ਥੋੜਾ ਜਿਹਾ ਅਸੀਂ ਪ੍ਰੋਸੈਸ ਵੀ ਜਾਣਨਾ ਚਾਹਾਂਗੇ ਕਿਉਂਕਿ ਬੜੇ ਸਾਰੇ ਕਪਲਸ ਇਹੋ ਜਿਹੇ ਹੋਣਗੇ ਜਿਹੜੇ ਕਿ ਆਉਣਾ ਚਾਹੁੰਦੇ ਹੋਣਗੇ, ਉਹ ਚਾਹੁੰਦੇ ਹੋਣਗੇ ਕਿ ਉਹ ਜਿਹੜਾ ਪ੍ਰੋਸੈਸ ਹੈ ਉਹ ਬੜਾ ਅੱਛੇ ਤਰੀਕੇ ਨਾਲ ਸਾਨੂੰ ਪਤਾ ਵੀ ਲੱਗੇ ਕਿ ਉਹਦਾ ਪ੍ਰੋਸੈਸ ਕੀ ਹੈ, ਕੀ ਸਾਨੂੰ ਉਹਦੇ 'ਚ ਬੈੱਡ ਰੈਸਟ ਦੀ ਜ਼ਰੂਰਤ ਹੈ, ਉਹਦੀ ਕਿੰਨੀ ਹਸਪੀਟਲਾਈਜੇਸ਼ਨ ਕਰਨੀ ਪਏਗੀ, ਜਾਂ ਸਾਨੂੰ ਕਿਹੜੀ ਕਿਹੜੀ ਚੀਜ਼ ਦਾ ਧਿਆਨ ਰੱਖਣਾ ਪਏਗਾ। ਇਹ ਪ੍ਰੋਸੀਜਰ ਇੱਕ ਤਰ੍ਹਾਂ ਦਾ ਡੇ ਕੇਅਰ ਪ੍ਰੋਸੀਜਰ ਹੁੰਦਾ ਹੈ ਜਿਹਦੇ 'ਚ ਮਹਿਲਾ ਨੂੰ ਸਵੇਰੇ ਐਡਮਿਟ ਕਰਕੇ ਫਿਰ ਆਪਾਂ ਪ੍ਰੋਸੀਜਰ ਕਰਦੇ ਹਾਂ। ਪ੍ਰੋਸੀਜਰ ਤੋਂ ਲਗਭਗ 3 ਤੋਂ 6 ਘੰਟੇ ਤੋਂ ਬਾਅਦ ਪੇਸ਼ੈਂਟ ਨੂੰ ਡਿਸਚਾਰਜ ਕੀਤਾ ਜਾਂਦਾ ਔਰ ਪੇਸ਼ੈਂਟ ਚੱਲ ਕੇ ਬਿਲਕੁਲ ਨਾਰਮਲ ਤਰੀਕੇ ਨਾਲ ਆਪਣੇ ਘਰ ਜਾਂਦੀ ਹੈ। 'ਚ ਕੋਈ ਚੀਰ ਫਾੜ ਟਾਂਕਾ ਐਸੀ ਕੋਈ ਦਿੱਕਤ ਨਹੀਂ ਹੁੰਦੀ। ਔਰ ਇਸ ਤੋਂ ਬਾਅਦ ਜਦੋਂ ਐਮਬ੍ਰਿਓਜ਼ ਬਣ ਜਾਂਦੇ ਹੈ ਤਾਂ ਐਮਬ੍ਰਿਓ ਟ੍ਰਾਂਸਫਰ ਦਾ ਪ੍ਰੋਸੀਜਰ ਹੈ ਉਹ ਇੱਕ ਨਾਰਮਲ ਪ੍ਰੋਸੀਜਰ ਹੈ, ਛੋਟਾ ਜਿਹਾ ਪ੍ਰੋਸੀਜਰ ਹੈ ਜਿਹੜਾ ਕਿ ਸੇਮ ਡੇ ਹੀ ਕਰਕੇ ਐਂਡ ਐਨਸਥੀਸ਼ੀਆ ਦੀ ਵੀ ਰਿਕੁਆਇਰਮੈਂਟ ਨਹੀਂ ਹੁੰਦੀ ਔਰ ਪੇਸ਼ੈਂਟ ਸੇਮ ਡੇ ਕਰਾ ਕੇ ਘਰ ਜਾ ਸਕਦੇ हैं। ਅੱਛਾ ਡਾਕਟਰ ਸਾਹਿਬ, ਬੜੀ ਇੱਕ ਇੰਟਰਸਟਿੰਗ ਇੱਥੋਂ ਇੱਕ ਕੁਐਸਚਨ ਨਿਕਲ ਕੇ ਆਉਂਦਾ ਹੈ ਕਿ ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ IVF ਦੇ ਨਾਲ ਟਵਿਨ ਪ੍ਰੈਗਨੈਂਸੀ ਹੁੰਦੀ ਹੈ, ਕੀ ਇਹ ਸੱਚ ਹੈ? IVF 'ਚ ਯੂਜ਼ੂਲੀ ਕਪਲਸ 'ਚ ਇੱਕ ਜਾਂ ਦੋ ਭਰੂਣ ਮਹਿਲਾ 'ਚ ਇੱਕ ਜਾਂ ਦੋ ਭਰੂਣ ਟ੍ਰਾਂਸਫਰ ਕੀਤੇ ਜਾਂਦੇ ਹੈ, ਐਮਬ੍ਰਿਓ ਟ੍ਰਾਂਸਫਰ ਕੀਤਾ ਜਾਂਦਾ ਹੈ। ਜਿਨ੍ਹਾਂ ਮਹਿਲਾਵਾਂ ਦਾ ਪਹਿਲਾਂ ਬਾਰ-ਬਾਰ ਅਬੋਰਸ਼ਨ ਹੋਇਆ ਹੋਏ ਜਾਂ ਫਿਰ ਉਹਨਾਂ ਦੇ ਐਮਬ੍ਰਿਓਜ਼ ਇਸ ਤਰ੍ਹਾਂ ਬਣੇ ਕਿ ਏਜ ਜ਼ਿਆਦਾ ਹੈਗੀ ਹੈ ਉਹਨਾਂ ਦੀ, ਜਾਂ ਫਿਰ ਪਹਿਲਾਂ IVF ਫੇਲੀਅਰ ਹੋਇਆ ਹੈ, ਐਸੇ ਕੁਝ ਸਿਲੈਕਟਡ ਕੇਸਿਸ 'ਚ ਆਪਾਂ 3 ਭਰੂਣ ਵੀ ਪਾ ਸਕਦੇ ਹਾਂ। ਬਟ ਯੂਜ਼ਲੀ 1 ਤੋਂ 2 ਭਰੂਣ ਆਪਾਂ ਪੇਸ਼ੈਂਟ ਦੇ ਯੂਟਰਸ 'ਚ ਪਾਉਂਦੇ ਹਾਂ। ਜੇ 2 ਭਰੂਣ ਪਾਵਾਂਗੇ ਉਹ 'ਚ 50% ਚਾਂਸ ਰਹਿੰਦਾ ਹੈ ਕਿ ਟਵਿਨ ਪ੍ਰੈਗਨੈਂਸੀ ਲੱਗੇਗੀ, ਇਸ ਲਈ ਟਵਿਨ ਪ੍ਰੈਗਨੈਂਸੀ ਦੀ ਚਾਂਸਿਸ ਥੋੜੇ ਜ਼ਿਆਦਾ ਹੁੰਦੇ ਆ। ਅੱਛਾ ਡਾਕਟਰ ਸਾਹਿਬ, ਹੁਣ ਅਗਰ ਅਗਰ ਕੋਈ ਬੇਬੀ ਹੋ ਰਿਹਾ ਹੈ ਤੇ ਇੱਕ IVF ਦੇ ਨਾਲ ਹੋ ਰਿਹਾ ਹੈ ਤੇ ਹਮੇਸ਼ਾ ਮਾਈਂਡ ਵਿੱਚ ਇਹ ਆਏਗਾ ਕਿ ਉਹ ਬੇਬੀ ਨੋਰਮਲ ਨਹੀਂ ਹੋਏਗਾ, ਜਾਂ ਫਿਰ ਸ਼ਾਇਦ ਉਹਦੇ ਵਿੱਚ ਕੋਈ ਨਾ ਕੋਈ ਕਮੀਆਂ ਰਹਿ ਜਾਂਦੀਆਂ ਹੋਣਗੀਆਂ। ਕਿ ਇਹਦੇ ਉੱਪਰ ਕੋਈ ਰਿਸਰਚ ਹੋਈ ਹੈ ਕਿ ਉਹ ਵਾਲਾ ਬੇਬੀ ਨੋਰਮਲ ਹੀ ਹੋਏਗਾ ਜਾਂ ਉਹਦੇ ਵਿੱਚ ਉਹ ਹੀ ਜੀਨਸ ਹੋਣਗੇ ਜਿਹੜੇ ਕਪਲ ਦੇ ਵਿੱਚ ਹੋਣਗੇ? इस बहुत सारी स्टडीज़ आ चुकी हैं और बहुत सारा लिटरेचर अवेलेबल है बिकॉज IVF ਹੁਣ ਜਿਹੜੀ ਪद्धति है ਇਹ 40 ਸਾਲ ਤੋਂ ਜ਼ਿਆਦਾ ਪੁਰਾਣੀ ਹੈ। ਬਹੁਤ ਸਾਰੀ ਐਡਵਾਂਸਮੈਂਟਸ ਇਹਦੇ 'ਚ ਆ ਗਈਆਂ ਹੈ ਔਰ ਡੈਫੀਨੇਟਲੀ ਇਹਦੇ 'ਚ ਕਪਲ ਦੇ ਐਗ ਔਰ ਸਪਰਮ ਯੂਜ਼ ਕੀਤੇ ਗਏ ਹੈ ਤੇ ਜੈਨੇਟਿਕਲੀ ਜਿਹੜਾ ਬੇਬੀ ਹੈਗਾ ਉਹ ਪੈਰੈਂਟਸ ਤੋਂ ਹੀ ਰਿਲੇਟਡ ਹੈ, ਪੈਰੈਂਟਸ ਦਾ ਹੀ ਬੇਬੀ ਹੈ। ਉਹ ਬਿਲਕੁਲ ਉਵੇਂ ਦਾ ਹੀ ਬੱਚਾ ਪੈਦਾ ਹੁੰਦਾ ਹੈ ਜਿਵੇਂ ਇੱਕ ਪ੍ਰਾਕ੍ਰਿਤਿਕ ਤਰੀਕੇ ਨਾਲ ਕਨਸੀਵਡ ਬੇਬੀ ਪੈਦਾ ਹੁੰਦਾ ਹੈ। ਡਾਕਟਰ ਸਾਹਿਬ, ਕੋਈ ਮੈਸੇਜ ਦੇਣਾ ਚਾਹੋ ਪੇਸ਼ੈਂਟਸ ਨੂੰ, ਕਿਉਂਕਿ IVF ਬੜੇ ਸਾਰੇ ਕਪਲਸ ਲਈ ਨਿਊ ਹੈ ਔਰ ਬੜੇ ਸਾਰੇ ਕਪਲ ਚਾਹੁੰਦੇ ਵੀ ਹੋਣਗੇ ਕਿ ਉਹਨਾਂ ਦਾ ਸੁਪਨਾ ਬੜੇ ਸਾਲ ਤੋਂ ਨਹੀਂ ਪੂਰਾ ਹੋਇਆ, ਉਹ ਇਸ ਟੈਕਨੀਕ ਨਾਲ ਪੂਰਾ ਹੋ ਜਾਏ। IVF ਰਹੀ ਮੈਂ ਪੇਸ਼ੈਂਟਸ ਨੂੰ ਇਹ ਕਹਿਣਾ ਚਾਹਾਂਗੀ ਕਿ ਜੇ ਤੁਹਾਡੀ ਬਿਲਕੁਲ ਐਬਸੋਲੂਟ ਇੰਡੀਕੇਸ਼ਨ ਹੈਗੀ ਹੈ ਕਿ ਤੁਹਾਡੇ ਕੇਸ 'ਚ IVF ਦੇ ਰਾਹੀਂ ਹੀ ਤੁਹਾਨੂੰ ਰਿਲੀਫ ਮਿਲੇਗਾ, ਪ੍ਰੈਗਨੈਂਸੀ ਮਿਲੇਗੀ, ਤਾਂ ਤੁਹਾਨੂੰ IVF ਲਈ ਅੱਗੇ ਪਹੁੰਚਣ ਲਈ ਜਾਂ ਅੱਗੇ ਜਾ ਕੇ IVF ਸੈਂਟਰ ਨੂੰ ਅਪਰੋਚ ਕਰਨ ਲਈ ਤੁਹਾਡੇ ਮਨ 'ਚ ਕੋਈ ਡਾਊਟ ਨਹੀਂ ਹੋਣਾ ਚਾਹੀਦਾ। IVF ਇੱਕ ਰਿਲੇਟਿਵਲੀ ਸੇਫ ਪ੍ਰੋਸੀਜਰ ਹੈ ਜਿਹਦੇ ਰਾਹੀਂ ਕਪਲਸ ਨੂੰ ਪ੍ਰੈਗਨੈਂਸੀ ਪ੍ਰਾਪਤ ਹੁੰਦੀ ਹੈ, ਇੱਕ ਹੈਲਦੀ ਬੇਬੀ ਮਿਲਦਾ ਹੈ ਔਰ ਇਸ ਪ੍ਰੋਸੀਜਰ 'ਚ ਕੋਈ ਪੇਨ, ਕੋਈ ਚੀਰਾ ਟਾਂਕਾ ਇਹੋ ਜਿਹੀ ਕੋਈ ਪ੍ਰਕਿਰਿਆ ਨਹੀਂ ਹੁੰਦੀ। ਔਰ ਇਸ ਚੀਜ਼ ਲਈ ਹੁਣ ਅੱਜ ਕੱਲ੍ਹ ਡਬਲ ਵਿਟਨੈਸ ਸਿਸਟਮ, RIFT, ਇਹ ਸਭ ਚੀਜ਼ਾਂ ਦੀ ਹੈਗੀ ਹੈ ਕਿ ਤੁਹਾਡਾ ਜਿਹੜਾ ਬੇਬੀ ਹੈਗਾ ਤੁਹਾਡੇ ਖੁਦ ਦੇ ਹੀ ਸਪਰਮ ਔਰ ਐਗਸ ਤੋਂ ਹੈਗਾ ਹੈ। RFID ਬਾਰੇ ਜੇ ਆਪਾਂ ਗੱਲ ਕਰੀਏ, ਰੇਡੀਓ ਫ੍ਰੀਕੁਐਂਸੀ ID, ਇਹ ਇੱਕ ਐਸੀ ਰੇਡੀਓ ਚਿਪ ਹੁੰਦੀ ਹੈ ਜਿਹੜੀ ਕਿ ਐਮਬ੍ਰਿਓਜ਼ ਦੀ ਡਿਸ਼ਿਸ 'ਤੇ ਲਾਈ ਜਾਂਦੀ ਹੈ। ਇੱਕ ਹਰ ਇੱਕ ਪਰਟੀਕੂਲਰ ਕਪਲ ਲਈ ਇੱਕ ਯੂਨੀਕ ID ਹੁੰਦੀ ਹੈ।
ਤਾਂ ਕਿ ਮਿਕਸਿੰਗ ਆਫ ਐਮਬ੍ਰਿਓਜ਼ ਜਾਂ ਮਿਕਸਿੰਗ ਆਫ ਗੇਮੀਟਸ ਨਾ ਹੋ ਪਾਏ। ਸੋ ਹਰ ਇੱਕ ਨੂੰ ਇਨਕਿਊਬੇਟਰ ਦੇ ਹਿਸਾਬ ਨਾਲ ਆਈਡੈਂਟੀਫਿਕੇਸ਼ਨ ਨੰਬਰ ਔਰ ਜਿਹੜਾ ਪੈਟਰੀ ਡਿਸ਼ ਦਾ ਨੰਬਰ ਸਭ ਕੁਝ ਅਲੱਗ-ਅਲੱਗ ਦਿੱਤਾ ਜਾਂਦਾ ਹੈ ਤਾਂ ਕਿ ਕੋਈ ਮਿਕਸਿੰਗ ਵਗੈਰਾ ਨਾ ਹੋ ਪਾਏ ਔਰ ਇਹ ਇਨਸ਼ੋਰ ਕੀਤਾ ਜਾਂਦਾ ਹੈ ਕਿ ਬੱਚਾ ਜਿਹੜਾ ਤੁਹਾਨੂੰ ਪ੍ਰੈਗਨੈਂਸੀ ਮਿਲੇਗੀ ਉਹ ਤੁਹਾਡਾ ਹੀ ਬੱਚਾ ਹੋਏਗਾ। ਅੱਛਾ ਡਾਕਟਰ ਸਾਹਿਬ, ਕਈਆਂ ਦਾ ਇਹ ਵੀ ਮਿੱਥ ਹੈਗਾ ਹੈ ਕਿ ਆਪਾਂ 40 ਪਲੱਸ ਜਦੋਂ ਹੋ ਜਾਵਾਂਗੇ ਨਾ ਉਦੋਂ ਸਾਨੂੰ IVF ਬਾਰੇ ਸੋਚਣਾ ਚਾਹੀਦਾ ਹੈ। IVF ਜਿਵੇਂ ਆਪਾਂ ਸ਼ੁਰੂਆਤ 'ਚ ਗੱਲ ਕੀਤੀ ਹੈ, IVF ਇੱਕ ਐਸੀ ਪ੍ਰਕਿਰਿਆ ਹੈਗੀ ਹੈ ਜਿਹੜੀ ਉਹ ਕਪਲਸ ਲਈ ਹੈਗੀ ਹੈ ਜਿਨ੍ਹਾਂ 'ਚ ਸਪਰਮ ਦਾ ਨੰਬਰ ਬਹੁਤ ਜ਼ਿਆਦਾ ਘੱਟ ਹੈਗਾ ਹੈ ਔਰ ਸਪਰਮ ਨਿਲ ਹੈ, ਉਹਨਾਂ 'ਚ ਟੀਜ਼ਾ ਜਾਂ ਪੀਜ਼ਾ ਪ੍ਰੋਸੀਜਰ ਜਾਂ ਮਾਈਕਰੋਟੀਜ਼ਾ ਕੀਤਾ ਜਾਂਦਾ ਹੈ, ਜਾਂ ਫਿਰ ਜਿਨ੍ਹਾਂ 'ਚ ਬਲੌਕ ਟਿਊਬਸ ਹੈ, ਐਗ ਦਾ ਨੰਬਰ ਬਹੁਤ ਜ਼ਿਆਦਾ ਘੱਟ ਹੈ, ਜਾਂ ਫਿਰ ਹੋਰ ਫਰਟੀਲਾਈਜੇਸ਼ਨ ਜਾਂ IUI ਪਹਿਲਾਂ ਫੇਲੀਅਰ ਹੋਏ ਹੈ ਪੇਸ਼ੈਂਟ ਦੇ, ਐਸੇ ਕਪਲਸ ਲਈ IVF ਦੀ ਟੈਕਨੀਕ ਹੁੰਦੀ ਹੈ। ਤੇ ਐਸੀ ਜਿਹੜੀ ਪ੍ਰੋਬਲਮ ਹੈਗੀ ਹੈ ਇਹ 40 ਸਾਲ ਤੋਂ ਪਹਿਲਾਂ ਵੀ ਹੋ ਸਕਦੀ ਹੈ ਕਪਲਸ ਨੂੰ। ਔਰ ਕਿੰਨਾ ਕੁ ਐਕਸਪੈਂਸਿਵ ਹੈ? IVF ਹੁਣ ਰਿਲੇਟਿਵਲੀ ਕਾਫੀ ਜ਼ਿਆਦਾ ਵਿਦਿਨ ਰੀਚ ਆਫ ਦ ਕਾਮਨ ਮੈਨ ਹੋ ਗਿਆ ਹੈ ਐਂਡ ਸਪੈਸ਼ਲੀ ਜਦੋਂ EMI ਦੀ ਆਪਸ਼ਨ ਵੀ ਇਹਦੇ 'ਚ ਅਵੇਲੇਬਲ ਹੁੰਦੀ ਹੈ ਔਰ ਇਹਦੇ 'ਚ ਪੇਮੈਂਟ ਪਾਰਟਸ 'ਚ ਕਰ ਸਕਦੇ ਹੈ। ਤੇ ਇਹ ਹੁਣ ਲਗਭਗ ਇਹਦਾ ਜਿਹੜਾ ਖਰਚਾ ਹੈਗਾ ਹੈ 1.5 ਤੋਂ 2.5 ਲੱਖ ਦੇ ਵਿਚਕਾਰ ਆਉਂਦਾ ਹੈ ਔਰ ਇਹ ਹੁਣ ਅੱਜਕੱਲ ਕਪਲਸ ਲਈ ਆਲਮੋਸਟ ਅਫੋਰਡਿੰਗ ਹੋ ਗਿਆ ਹੈ ਬਿਕਾਜ਼ ਆਫ ਦੀ EMI ਆਪਸ਼ਨ। ਅੱਛਾ ਡਾਕਟਰ ਸਾਹਿਬ, ਲਾਸਟ ਇੱਕ ਬੜਾ ਇੰਪੋਰਟੈਂਟ ਕੁਐਸਚਨ ਆਉਂਦਾ ਹੈ ਕਿ ਅਸੀਂ ਨੋਵਾ IVF ਵਿੱਚ ਬੈਠੇ ਹੋਏ ਹਾਂ ਤੇ IVF ਦੇ ਹੋਰ ਵੀ ਬੜੇ ਸਾਰੇ ਕਲੀਨਿਕ ਹੋਣਗੇ, ਹੋਰ ਵੀ ਬੜੇ ਤਰੀਕੇ ਦੇ ਟੈਕਨੀਕਸ ਵੀ ਹੋਣਗੀਆਂ, ਲੇਕਿਨ ਲੋਕ ਜਿਹੜੇ ਕਪਲਸ ਨੇ ਉਹ ਨੋਵਾ IVF ਤੇ ਕਿਉਂ ਆਉਣ? ਨੋਵਾ IVF 'ਚ ਇਹ ਇਨਸ਼ੋਰ ਕੀਤਾ ਜਾਂਦਾ ਹੈ ਕਿ ਸਾਡੇ ਡਾਕਟਰ ਹੈਗੇ ਹੈ ਜਿਹੜੇ ਦੇ ਆਰ ਵੈਲ ਕੁਆਲੀਫਾਈਡ ਅਕੋਰਡਿੰਗ ਟੂ ਦਾ ਨਿਊ ART ਜਿਹੜੇ ਸਾਡੇ ਰੂਲਸ ਐਂਡ ਰੈਗੂਲੇਸ਼ਨਸ ਆਏ ਹੈ ਉਹਦੇ ਹਿਸਾਬ ਨਾਲ ਦੇ ਆਰ ਵੈਲ ਕੁਆਲੀਫਾਈਡ, ਦੇ ਹੈਵ ਆਪਟੀਮਮ ਐਕਸਪੀਰੀਅੰਸ ਆਫ ਮੈਨੀ ਈਅਰਸ। ਔਰ ਐਸੇ ਜਿਹੜੇ ਹੈਗੇ ਹੈ ਸਾਡਾ ਇਹਦੇ ਵਿੱਚ ਜਿਹੜੀ IVF ਲੈਬ ਹੈ ਸਟੇਟ ਆਫ ਦਾ ਆਰਟ IVF ਲੈਬ ਹੈ ਵਿਦ ਵੈਰੀ ਟ੍ਰੇਨਡ ਐਮਬ੍ਰਿਓਲੋਜਿਸਟ ਔਰ ਜਿੰਨੀ ਵੀ ਹਾਇਰ ਟੈਕਨੀਕਸ ਹੈ IVF 'ਚ ਉਹ ਸਾਰੀ ਅਵੇਲੇਬਲ ਹੈ। ਤੁਸੀਂ ਕੋਈ ਵੀ IVF ਦੀ ਟੈਕਨੀਕ ਦੀ ਗੱਲ ਕਰੋ ਜੋ ਕਿ ਵਰਲਡ ਓਵਰ ਅਵੇਲੇਬਲ ਹੈ ਉਹ ਸਾਰੀ ਹੀ ਨੋਵਾ IVF 'ਚ ਅਵੇਲੇਬਲ ਹੈ ਔਰ ਐਥੀਕਲ ਪ੍ਰੈਕਟਿਸ ਦੈਟਸ ਦ ਮੇਨ ਸਟੇ ਆਫ ਆਰ ਪ੍ਰੈਕਟਿਸ ਕਿ ਸਾਡੇ ਕੁਝ ਵੀ ਐਸਾ ਜੋ ਕਿ ART ਲਾਅ ਤੋਂ ਬਾਹਰ ਹੈਗਾ ਐਸਾ ਕੁਝ ਵੀ ਨਹੀਂ ਐਂਟਰਟੇਨ ਕੀਤਾ ਜਾਂਦਾ। ਓਕੇ, ਥੈਂਕ ਯੂ ਸੋ ਮਚ। ਸੋ ਤੁਸੀਂ ਨੋਵਾ IVF ਦੇ ਵਿੱਚ ਆ ਕੇ ਆਪਣਾ ਇਲਾਜ ਕਰਾ ਸਕਦੇ ਹੋ, ਆਪਣੇ ਸੁਪਨੇ ਨੂੰ ਪੂਰਾ ਕਰ ਸਕਦੇ ਹੋ, ਕਿਉਂਕਿ ਇੱਕ ਰਸਤਾ ਹੈ IVF ਵੱਲੋਂ ਕਿ ਤੁਹਾਨੂੰ ਦੁਬਾਰਾ ਚਾਂਸ ਮਿਲ ਸਕਦਾ ਕਿ ਤੁਹਾਡੀ ਜਿਹੜੀ ਨੈਕਸਟ ਜਨਰੇਸ਼ਨ ਹੈ ਉਹ ਤੁਹਾਡੇ ਹੀ ਜੀਨਸ ਨਾਲ ਦੁਬਾਰਾ ਦੁਨੀਆ ਦੇ ਉੱਪਰ ਆ ਸਕਦੀ ਹੈ। ਕੈਮਰਾ ਪਰਸਨ ਸ਼ੇਰ ਸਿੰਘ ਦੇ ਨਾਲ ਰਾਮਪ੍ਰੀਤ ਕੌਰ, PTC ਨਿਊਜ਼, ਚੰਡੀਗੜ੍ਹ।